केंद्र सरकार ਵੱਲੋਂ ਜਾਰੀ ਕੀਤੇ ਗਏ 3 ਖੇਤੀਬਾੜੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ। ਕਿਸਾਨ ਲਗਾਤਾਰ ਦਿੱਲੀ ਬਾਰਡਰ ਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਨੇ, ਪਰ ਕੇਂਦਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਅਤੇ ਇਹਨਾਂ 3 ਆਰਡੀਨੈਂਸ ਬਿੱਲਾਂ 'ਚ ਇੱਕ ਇਸ ਤਰ੍ਹਾਂ ਦਾ ਕਾਨੂੰਨ ਹੈ ਜੋ ਕਿ ਕਿਸਾਨਾਂ ਨੂੰ ਰਾਸ ਨਹੀਂ ਆ ਰਿਹਾ। ਉਹ ਹੈ ਕੰਟਰੈਕਟ ਖੇਤੀਬਾੜੀ। केंद्र सरकार कह रही है कि यह बिल किसानों ਲਈ ਲਾਹੇਵੰਦ ਨਹੀਂ, ਪਰ किसान इस ਨੂੰ ਰੱਦ कर रहे हैं। नाभा ਦੇ ਕਈ ਅਜਿਹੇ किसान जो ਕੰਟਰੈਕਟ ਦੇ ਆਧਾਰ ਤੇ खेती करके ਲੱਖਾਂ ਦਾ ਘਾਟਾ ਖਾ ਚੁੱਕੇ ਨੇ, ਜਿਸ ਦੀ ਉਦਾਹਰਣ ਹੈ ਪੈਪਸੀਕੋ ਕੰਪਨੀ ਜੋ ਆਲੂਆਂ ਦੀ खेती ਦਾ ਕੰਟਰੈਕਟ ਕਰਕੇ ਬਾਅਦ ਵਿੱਚ ਉਹਨਾਂ ਨੂੰ ਸਸਤੇ ਭਾਅ ਵਿੱਚ ਆਲੂ ਖਰੀਦੀ ਹੈ, ਜਿਸ ਕਰਕੇ किसान ਹੁਣ ਕੰਟਰੈਕਟ ਦੇ ਆਧਾਰ ਨੂੰ ਸਿਰੇ ਤੋਂ ਨਕਾਰ ਚੁੱਕੇ ਨੇ। ਤਾਂ ਹੀ किसान केंद्र ਦੇ ਵੱਡੇ ਅੰਦੋਲਨ ਦਾ ਹਿੱਸਾ ਬਣਦਾ ਜਾ ਰਿਹਾ ਹੈ। आखिर विच की है यह कॉन्ट्रैक्ट आधार, जिस दी ग्राउंड जीरो तो रिपोर्ट तैयार करके लोकां नूं समझाउण दी कोशिश की गई। नाभा ब्लॉक दा पिंड दुलद्दी, जिथे वख-वख किसानां वल्लों करीब 10 साल पहला कॉन्ट्रैक्ट दे आधार ते आलूआं दी खेती कीती गई सी, पर कंपनी वल्लों पहला तां उन्हां नूं वधिया भाਅ दित्ता गया, बाद विच उन्हां दा कॉन्ट्रैक्ट बेस घाटे दा सौदा बन गया ते ਤਾਂ ਹੀ किसान इस खेती ऑर्डीनेंस बिल का विरोध कर रहे हैं, क्योंकि इन्हां तिन्हां बिलों विचों एक इस तरह का बिल है जो खेती कॉन्ट्रैक्ट का बिल है, जिस करके किसान इस बिल तो डर रहे हैं, क्योंकि जो भी कंपनी कॉन्ट्रैक्ट के आधार पर उन्हां दी फसल लेवेगी, किसानां नूं पता है कि उन्हां नूं उस दी फसल का सही मुल नहीं मिलना, जिस करके किसान अपनी जमीन बचाउण लई भब्बा भार ने अते धरने प्रदर्शन लगातार कर रहे हैं। इस मौके ते पिंड दुलद्दी दे साबका सरपंच अते किसान गुरचरण सिंह, परगट सिंह अते जसवीर सिंह जस्सा नाल गल कीती गई। उन्हें कहा कि जो सरकार वालों खेती ऑर्डीनेंस बिल बनाए गए ने वो किसानां लई मौत दा वारंट ने, क्योंकि कॉन्ट्रैक्ट दा जो बिल है वो बहुत ही खतरनाक है, क्योंकि असीं इह कॉन्ट्रैक्ट दे आधार ते खेती करके पिछले 10 साल पहला छड़ चुके हां अते उस विच सानूं घाटा ही पिया है, जिस करके किसान केंद्र सरकार खिलाफ अंदोलन कर रहा है। जेकर यह कानून वापस ना ले गए तो आने वाले समय विच संघर्ष होर तेज किया जाएगा। किसानों ने दस्सिया कि आलू की खेती बहुत मेहनत नाल हुंदी है, जिस दे बावजूद कॉन्ट्रैक्ट के आधार पर साडी आलू की फसल का मुल नहीं मिलता, जिस करके असीं कॉन्ट्रैक्ट के आधार पर खेती करनी ही छड्ड दित्ती, जिसकी यह सब तो वड्डी उदाहरण है। असीं किसान पक्षी कानून ने, ये तो अवानी अडानी के पक्षी कानून ने। ਜਿਹੜਾ ਕੰਟਰੈਕਟ ਬੇਸ ਤੇ ਜਿਹੜਾ ਇਹ खेती ਕਰਨ ਨੂੰ ਚਾਹੁੰਦੇ ਕਹਿੰਦੇ ਨੇ, ਉਹ ਸਾਨੇ ਆਲੂ ਪਹਿਲਾਂ ਕਰਕੇ ਦੇਖੇ ਨੇ। ਆਲੂ ਅਸੀਂ ਬੀਜ ਲੈਂਦੇ ਹਾਂ, ਬੀਜਣ ਤੋਂ ਬਾਅਦ ਆਲੂ ਨੂੰ ਕਹਿੰਦੇ ਨੇ ਵੀ ਤਾਂ ਮੋਟਾ ਹੋ ਗਿਆ, ਕੋਈ ਹਰਾ ਹੋ ਗਿਆ, ਕੋਈ ਸਾਡੇ ਫਿੱਟ ਨਹੀਂ ਹੈਗਾ, ਇਹਨੂੰ ਅਸੀਂ ਖਰੀਦਣਾ ਨਹੀਂ। ਪਹਿਲਾਂ ਸਾਡਾ 25 ਰੁਪਏ ਕੰਟਰੈਕਟ ਕਰਦੇ ਨੇ, ਫਿਰ 10 ਰੁਪਏ 'ਚ ਸਾਤੋਂ ਖਰੀਦ ਕੇ ਲੈ ਜਾਂਦੇ ਨੇ। ਹੁਣ ਆਲੂਆਂ ਦੀ ਕੀਮਤ ਅੱਜ ਆਲੂ ਜਿਹੜੇ ਇਹਨਾਂ ਨੇ ਖਰੀਦ ਕੇ ਵੇਚ ਰਹੇ ਨੇ ਮਹਿੰਗੇ ਭਾਅ ਦੇ ਵਿੱਚ, ਜਿੱਦੇ ਸਾਡਾ ਆਲੂ ਆਮ ਹੋ ਗਿਆ ਉੱਦੇ ਮਹਿੰਗਾ ਵੀ ਹੋ ਜਾਊਗਾ। ਸਾਡੇ ਪੱਖੀ ਹੁੰਦੇ ਤਾਂ ਅਸੀਂ ਕਾਹਨੂੰ ਉੱਥੇ ਜਾਂਦੇ, ਸਾਨੂੰ ਉੱਥੇ ਜਾ ਕੇ ਠੰਡੀ ਜਗ੍ਹਾ 'ਤੇ ਬੈਠਦੇ ਹਾਂ, ਅਸੀਂ ਰਾਤ ਨੂੰ ਬਿਨਾਂ ਸੱਤਾਂ ਤੋਂ ਬੈਠ ਰਹੇ ਹਾਂ। ਜੇ ਸਾਡੇ ਪੱਖੇ ਨੂੰ ਸਾਨੂੰ ਕੀ ਜ਼ਰੂਰਤ ਸੀ? ਜਿਹਨੂੰ ਲੋੜ ਆ ਉਹਨਾਂ ਪਿੱਛੇ ਬੋਲਦੇ ਨੇ, ਉਹਨਾਂ ਪਿੱਛੇ ਤਾਂ ਉਹ ਕਹਿ ਨਹੀਂ ਰਹੇ ਕੁਛ। ਉਹ ਕਹਿੰਦੇ ਨੇ ਅਸੀਂ ਰੱਦ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ ਰੱਦ? ਜਦ ਤੁਸੀਂ ਬਣਾਇਆ ਇਹਨੂੰ ਰੱਦ ਕਰਨ ਨੂੰ ਤੁਹਾਡੇ ਵਾਸਤੇ ਕੀ ਵੱਡੀ ਗੱਲ ਆ? ਤੁਸੀਂ ਰੱਦ ਨਹੀਂ ਅਵਾਨੀ ਅਡਾਨੀ ਕਰਕੇ ਕਰਦੇ, ਸਾਡੇ ਕਰਕੇ ਰੱਦ ਕਰਨ ਨੂੰ ਕੀ ਇਹਦੇ ਵਿੱਚ ਕੀ ਆ? ਉਹ ਜਾਂ ਤੁਸੀਂ ਕਹਿੰਦੇ ਹੋ ਵੀ ਸਾਰੇ ਇਹਦੇ ਵਿੱਚ ਜਿਹੜੇ ਅਸੀਂ ਹੈਗੇ ਨੇ ਵੀ ਤੁਸੀਂ ਬਦਲ ਲਓ, ਸੋਧ ਕਰ ਲਓ, ਹੋਰ ਕਰ ਲਓ, ਵੀ ਸੋਧ ਕਰਨ ਦਾ ਕੀ ਕੰਮ ਆ? ਜਦ ਰੱਦੇ ਕਰ ਦਿਓ। ਇਹ ਸਰਾਸਰ ਗਲਤ ਨੇ ਜੀ, ਇਹਨਾਂ ਦਾ ਤਾਂ ਵਜੂਦ ਹੀ ਨਹੀਂ ਬਣਦਾ ਜਿਸ ਹਿਸਾਬ ਨਾਲ ਅੱਜ ਖੇਤੀ ਖੜੀ ਹੈ। ਗੱਲ ਕਰਦੇ ਹਾਂ ਕੰਟਰੈਕਟ ਦੀ। ਜਦ ਪੈਪਸੀ ਆਈ ਸੀ ਉਹਨਾਂ ਨੇ ਕਿਹਾ ਤੁਹਾਨੂੰ ਅਸੀਂ ਆਲੂ ਲਾਓ, ਤੁਹਾਨੂੰ ਇਸ ਤਰ੍ਹਾਂ ਭਾਅ ਮਿਲੂਗਾ। ਜਦ ਤਾਂ ਆਲੂ ਰਕਬਾ ਘਟ ਜਾਂਦਾ ਤਾਂ ਉਹ ਰੇਟ ਆਪਦਾ ਸਟੋਰ ਕਰਨ ਦੀ ਜਿਹੜਾ ਭੰਡਾਰਨ ਸਮਤਾ ਉਹਦਾ ਰੇਟ ਵਧਾ ਕੇ ਲੈ ਲੈਂਦੇ ਨੇ, ਮਹਿੰਗਾਈ ਹੋ ਜਾਂਦੀ ਆ। ਜਦ ਆਲੂ ਜ਼ਿਆਦਾ ਹੁੰਦਾ ਉਹਨੂੰ ਰੋਲ ਦਿੰਦੇ ਨੇ, ਇਹ 'ਚ ਸ਼ੂਗਰ ਘੱਟ ਆ, ਜੇ 'ਚ ਵੱਧ ਆ ਜੀ। ਜ਼ਿਮੀਦਾਰ ਤਾਂ ਨਹੀਂ ਸ਼ੂਗਰ ਪਾਉਂਦਾ, ਉਹ ਤਾਂ ਇਹਨਾਂ ਦੀਆਂ ਪਾਲਿਸੀਆਂ ਨੇ ਆਪਦੀਆਂ। ਉਹ ਚੀਜ਼ ਹੋਣੀ ਆ ਸੇਮ। ਕਣਕ ਜੇ ਵੱਧ ਹੋਇਆ ਕਰੂਗੀ ਤਾਂ ਰੋਲ ਦਿਆ ਕਰਨਗੇ ਆਪਦਾ ਸਟੋਰ ਕਰਕੇ, ਉਹਦੇ ਨਾਲ ਕਿਸਾਨ ਰੋਲੂਗਾ। ਹੁਣ ਕਿਸਾਨ ਦੀ ਜਿੱਦ ਕੀ ਆ ਵੀ ਅਸੀਂ ਤਾਂ 25 ਰੁਪਏ ਆਟਾ ਦੇਣਾ ਦੇਸ਼ ਨੂੰ ਜੀ। ਅੰਡਾਨੀ ਅੰਬਾਨੀ ਆ ਕੇ ਤੁਸੀਂ ਜਿਹੜੇ ਬੜੇ ਮੌਲਾਂ 'ਚ ਵਗ ਜਾਓ, ਤੁਹਾਡੀ ਕਣਕ ਉੱਥੇ ਦੇਖ ਲਓ ਵੀ ਕੀ ਰੇਟ ਹੋਲ ਗ੍ਰੇਨ ਮਿਲਦਾ। ਉੱਥੇ ਮੇਰੇ ਖਿਆਲ 46 ਰੁਪਏ ਲਿਖਿਆ ਹੁੰਦਾ ਜੀ। ਉਹ ਕਿਹੜਾ ਸਾਡੇ ਖੇਤਾਂ 'ਚ ਹੀ ਗਈ ਆ, ਉਹ ਕਿਹੜਾ ਬਾਹਰੋਂ ਹੋਈ ਆਉਂਦੀ ਆ। ਉਹਦੇ ਨਾਲ ਮਹਿੰਗਾਈ ਵਧਣੀ ਆ, ਘਟਣੀ ਨਹੀਂ। ਉਹ ਆਮ ਲੋਕਾਂ ਦੀ ਬੋਝ ਪੈਣਾ। ਕਿਸਾਨ ਤਾਂ ਮਰੂਗਾ ਹੀ ਜਿੱਥੇ, ਉੱਥੇ ਆਮ ਲੋਕ ਵੀ ਪੀਸੇ ਜਾਣਗੇ ਉਹ ਚੀਜ਼ 'ਚ। ਜੇ ਕਿਸਾਨ ਪੱਖੀ ਹੁੰਦੇ ਫਿਰ ਸੰਘਰਸ਼ ਦਾ ਕਰਨ ਦੀ ਲੋੜ ਹੀ ਨਹੀਂ ਤੀ ਜੀ। ਕਿਸਾਨ ਪੱਖੀ ਹੁੰਦੇ ਤਾਂ ਲੋਕ ਸੜਕਾਂ 'ਤੇ ਨਹੀਂ ਉਤਰਦੇ ਦੀ ਪ੍ਰੇਜ਼ ਕਰਦੇ, ਭਾਜਪਾ ਨਾਲ ਜੁੜਦੇ, ਨਾ ਕਿ ਉਹਦੇ ਨਾਲ ਟੁੱਟਦੇ। ਉਹਨਾਂ ਦੇ ਖੁਦ ਮੰਤਰੀ ਕਿੰਨੇ ਲਾ ਲਓ ਵੀ ਜਿਹੜੇ ਅਹੁਦੇਦਾਰ ਨੇ ਉਹ ਛੱਡ ਰਹੇ ਨੇ ਪਾਰਟੀਆਂ ਨੂੰ। ਪਰ ਇਹ 'ਤੇ ਜਿਵੇਂ ਖਰਚਾ ਤੁਹਾਡਾ, ਜਿਵੇਂ ਹੁਣ ਇਹ ਖਰਚਾ ਦੇਖ ਕੇ ਆਪਾਂ ਇਹ ਐਵਰੇਜ ਇਹਦੀ ਕਿੰਨੀ ਕੁ ਕੀਮਤ ਹੋਣੀ ਚਾਹੀਦੀ ਤੁਹਾਡੇ ਹਿਸਾਬ ਨਾਲ ਆਲੂ ਦੀ? ਆਲੂ ਘੱਟੋ ਘੱਟ ਜੀ
10-12 ਰੁਪਏ ਦਾ ਜੇ ਕਿਸਾਨ ਦੇ ਖੇਤੋਂ ਜਾਵੇ ਤਾਂ ਕੁਝ ਕਿਸਾਨ ਨੂੰ ਬਚੂਗਾ ਵੀ 12 ਰੁਪਏ ਤੋਂ ਉਹ ਤਾਂ ਵੀ ਇੱਕ ਮਿਨੀਮਮ ਜਿਵੇਂ ਆਪਾਂ ਕਹਿੰਦੇ ਆ ਜਿਵੇਂ ਆਪਾਂ ਕੋਲਗੇਟ ਲੈਂਦੇ ਉਹ ਤੇ ਲਿਖਦਾ ਮੈਕਸਿਮਮ ਰਿਟੇਲ ਪ੍ਰਾਈਸ ਦੇਖੋ ਆਪਾਂ ਨੂੰ ਪਤਾ ਹੁੰਦਾ ਵੀ ਇੱਥੇ ਕੁਝ ਕੰਪਨੀ ਵੀ ਕਰ ਰਹੀ ਆ ਆਪਾਂ ਨੂੰ ਵੀ ਇਦੋਂ ਵੱਧ ਨਹੀਂ ਸਾਡਾ ਮਿਨੀਮਮ ਸਪੋਰਟ ਪ੍ਰਾਈਸ ਆ ਜਿਹੜਾ ਉਹ ਵੀ ਖੋਣ ਨੂੰ ਫਿਰਦੇ ਨੇ। ਅਸੀਂ ਤਾਂ ਕਹਿੰਦੇ ਵੀ ਇਹ ਕੱਲੀ ਫਸਲ ਤੇ ਜਾਣਾ ਚਾਹੀਦਾ ਇਹਦੇ ਨਾਲ ਮਹਿੰਗਾਈ ਵੀ ਕੰਟਰੋਲ ਰਹੇ ਨਾਲੇ ਇਹਦੇ ਨਾਲ ਕਿਸਾਨ ਵੀ ਬਚਦਾ ਰਹੇ। ਹੁਣ ਦੇਖੋ ਜੀ ਡੀਜ਼ਲ 75 ਰੁਪਏ ਹੋ ਗਿਆ ਜੀ ਆਲੂ ਉਹੀ ਕਦੇ 1 ਰੁਪਏ 2 ਰੁਪਏ 3 ਰੁਪਏ ਉਸ ਸਮੇਂ ਦੇ ਹਿਸਾਬ ਨਾਲ ਜੇ ਬੰਪਰ ਹਾਰਵੈਸਟ ਆ ਤਾਂ ਰੇਟ ਘਟ ਗਿਆ ਜੇ ਘੱਟ ਹੈ ਵੱਧ ਗਿਆ ਸਾਡੇ ਤੇ ਹੀ ਬੋਝ ਅਗਲੇ ਤੇ ਹੀ ਬੋਝ ਹੈ। ਹੁਣ ਡੀਜ਼ਲ ਦੇ ਖਰਚੇ ਲਾ ਲਓ ਲੇਬਰ ਦੇ ਲਾ ਲਓ ਜੀ ਵਾਹ ਬਹਈਆ ਮਸ਼ੀਨਰੀਆਂ ਕਿੰਨੀਆਂ ਮਹਿੰਗੀਆਂ ਨੇ ਟਰੈਕਟਰ ਕਿੰਨੇ ਮਹਿੰਗੇ ਹੋ ਗਏ ਤਾਂ ਕਿਸਾਨ ਤੇ ਬੋਝ ਆ ਜੀ ਮਾੜਾ ਹੁਣ ਚੱਲਦਾ ਹੀ ਨਹੀਂ ਹੈਗਾ ਇੱਥੇ। ਦੇਖੋ ਜੀ ਉਹ ਤਾਂ ਤਿੰਨੇ ਕਾਨੂੰਨ ਨੇ ਜਿਹੜੇ ਆਰਡੀਨੈਂਸ ਨੇ ਜੱਟ ਦੇ ਲਈ ਤਾਂ ਜਮੇ ਬੇਕਾਰ ਨੇ ਜੀ ਉਹ ਕਿਉਂ ਜਿੰਨੀ ਵੀ ਫਸਲ ਆਲੂ ਦੀ ਹੈ ਪਹਿਲਾਂ ਜਿਹੜੀ ਇਹ ਆਪਣੀਆਂ ਫੈਕਟਰੀਆਂ ਨੇ ਪਹਿਲਾਂ ਬਜਾ ਲੈਂਦੀਆਂ ਨੇ ਵੀ ਆਹ ਬੀਜੋ ਜੀ ਵਾਹ ਬੀਜੋ ਜ਼ਿਆਦਾ ਸੀ ਇਹਦੀ ਪਟਾਈ ਕਰਦੇ ਆ ਕੋਈ ਗੋਲ ਰਹਿ ਗਿਆ ਜੀ ਕੋਈ ਹਰਾ ਰਹਿ ਗਿਆ ਜੀ ਕੋਈ ਉਹ ਨਾ ਤਾਂ ਭਾਅ ਮਿਲਦਾ ਜਦ ਸਾਡੇ ਕੋਲ ਆਲੂ ਦੀ ਪੂਰੀ ਪਟਾਈ ਹੋ ਜਾਂਦੀ ਹੈ ਲੈ ਜਾਓ ਜੀ ਆਪਦੇ ਚੱਕ ਕੇ ਕੋਈ ਨਾ ਉਹਨਾਂ ਨੂੰ ਖਰੀਦਣ ਨੂੰ ਤਿਆਰ ਨਾ ਕੋਈ ਹੋਰ ਮਹਿੰਗਾਈ ਹੋ ਗਈ ਜ਼ਿਆਦਾ ਡੀਜ਼ਲ ਮਹਿੰਗਾ ਹੋ ਗਿਆ ਟਰੈਕਟਰ ਮਹਿੰਗਾ ਹੋ ਗਿਆ ਹਰੇਕ ਚੀਜ਼ ਮਹਿੰਗੀ ਹੈ ਜੀ ਜ਼ਿਮੀਦਾਰ ਨੂੰ ਤਾਂ ਪੜਤਾ ਹੀ ਨਹੀਂ ਪੈਂਦਾ। ਇਹ ਕਾਨੂੰਨ ਕਾਹਚ ਕਹਿੰਦੇ ਨੇ ਚੰਗੇ ਨੇ ਅਸੀਂ ਸੜਕਾਂ ਤੇ ਮਰਦੇ ਆ ਸਾਨੂੰ ਮਰਨ ਦੀ ਕੀ ਲੋੜ ਪਈ ਤੀ ਜਿਹੜਾ ਅਸੀਂ ਹਰੇਕ ਸੜਕ ਤੇ ਉਤਰ ਕੇ ਬੈਠੇ ਆ ਘਰ ਘਰ ਜਨਾਨੀਆਂ ਵੀ ਬੱਚੇ ਵੀ ਇਸ ਕਾਨੂੰਨ ਲਈ ਪਿੱਟ ਰਹੇ ਨੇ। ਮੋਦੀ ਸਾਹਿਬ ਦਾ ਕਹਿੰਦੇ ਚੰਗੇ ਨੇ ਵੀ ਚੰਗੇ ਐਂ ਤਾਂ ਦੱਸ ਦਿਓ ਕਿਹੜੇ ਨੇ ਪੁਆਇੰਟ ਤੁਹਾਡੇ ਨਾਲ ਗੱਲ ਕਰ ਲਈ ਕਿਸਾਨਾਂ ਨੇ ਆ ਕੇ ਦੇਖ ਲਓ ਖੇਤਾਂ 'ਚ ਆ ਕੇ ਦੇਖ ਲਓ ਵੀ ਇਹਦੇ ਕੀ ਖਰਚਾ ਹੁੰਦਾ ਕੀ ਨਾ। ਹੁਣ ਆ ਕੱਲ੍ਹ ਦੀ ਆਪਣੇ ਖੇਤੀਬਾੜੀ ਮੰਤਰੀ ਕਿਸਾਨ ਲਿਆਇਆ ਉਹਨਾਂ 'ਚ ਕਿਹੜੇ ਕਿਸਾਨ ਤੇ ਉਹਨਾਂ ਦਾ ਸਾਰੇ ਫਾਰਮਾਂ ਵਾਲੇ ਤੇ ਵੀ ਸਟੋਰ ਕਰਨ ਵਾਲੇ ਉਹਨਾਂ ਦਾ ਕੋਈ ਹੈ ਹੀ ਨਹੀਂ ਤੇ ਦੂਜਾ ਵੀ ਕਿਸਾਨ ਤੋਂ ਪੁੱਛੋ ਆ ਕੇ ਵੀ ਕੀ ਖਰਚਾ ਕਿਸਾਨ ਤਾਂ ਜਮ ਜੇ ਕਾਨੂੰਨ ਸਾਡੇ ਹੱਕ 'ਚ ਹੁੰਦੇ ਅਸੀਂ ਠੰਡਾ 'ਚ ਨਹੀਂ ਤੇ ਮਰਦੇ ਇੰਨੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਨਾਭਾ ਤੋਂ ਜਗਨਾਰ ਸਿੰਘ ਦੁਲੱਦੀ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।